ਕਹਿੰਦੇ ਨੇ ਮਨੁੱਖਤਾ ਦੀ ਸੇਵਾ ਇੰਜ ਕਰ ਜਿਵੇਂ ਰੁੱਖ ਕਰਦੇ ਨੇ। ਕਦੇ ਸੁਣਿਆ ਕਿਸੇ ਰੁੱਖ ਨੇ ਛਾਂ ਜਾਂ ਫਲ ਬਦਲੇ ਕੁਝ ਮੰਗਿਆ ਹੋਵੇ? ਜੀ ਬਿਲਕੁਲ, ਕਹਿੰਦੇ ਨੇ ਕਿ ਸੇਵਾ ਵਾਕਈ ਇਸੇ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਕਿ ਜਿਸ ਦੇ ਬਦਲੇ ਕਿਸੇ ਕਿਸਮ ਦੀ ਕੋਈ ਉਮੀਦ ਜਾਂ ਦਰਕਾਰ ਨਾ ਰੱਖੀ ਜਾਏ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਐਸੇ ਸਮਾਜ ਸੇਵੀ ਨਾਲ ਜਿਨ੍ਹਾਂ ਦਾ ਮਕਸਦ ਸਿਰਫ ਔਰ ਸਿਰਫ ਸਮਾਜ ਦੀ ਸੇਵਾ ਹੈ, ਸਮਾਜ ਨੂੰ ਦੇਣਾ ਹੈ। ਉਸ ਬਦਲੇ ਵਿੱਚ ਕਿਸੇ ਕਿਸਮ ਦੀ ਕੋਈ ਉਮੀਦ ਨਹੀਂ ਕਰਦੇ। ਕਹਿੰਦੇ ਨੇ ਨਾ, ਪਰਮਾਤਮਾ ਵੀ ਇਹੋ ਜਿਹਿਆਂ ਨੂੰ ਖੂਬ ਫਲ ਲਾਉਂਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਇਹ ਬੰਦੇ ਮੇਰੇ ਰਚੇ ਸਮਾਜ ਦੀ ਸੇਵਾ ਕਰਨਗੇ। ਅਤੇ ਮੁਲਾਕਾਤ ਕਰਵਾ ਰਹੇ ਹਾਂ ਜੀ ਤੁਹਾਡੀ ਸਮਾਜ ਸੇਵੀ ਆਲਮਜੀਤ ਸਿੰਘ ਨਾਲ। ਸਰਦਾਰ ਆਲਮਜੀਤ ਸਿੰਘ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਰੁੱਝੇ ਹੋਏ ਨੇ। ਕਿਤੇ ਇਹਨਾਂ ਦੀ ਜ਼ਰੂਰਤ ਹੈ, ਇਹ ਹਰ ਵਕਤ ਉੱਥੇ ਖੜੇ ਨੇ। ਚਾਹੇ ਉਹ ਕਰੋਨਾ ਮਹਾਮਾਰੀ ਦਾ ਸਮੇਂ ਹੋਵੇ, ਚਾਹੇ ਕਿਸੇ ਭੁੱਖੇ ਨੂੰ ਖਾਣਾ ਖਿਲਾਣਾ ਹੋਵੇ, ਇਹ ਹਰ ਜਗ੍ਹਾ ਖੜੇ ਨੇ। ਕਿਤੇ ਰਾਹ ਦੇ ਵਿੱਚ ਅਗਰ ਕੋਈ ਐਕਸੀਡੈਂਟਲ ਕੇਸ ਇਹਨਾਂ ਨੂੰ ਨਜ਼ਰ ਆ ਜਾਂਦਾ ਹੈ, ਉਹਨਾਂ ਨੂੰ ਹਸਪਤਾਲ ਪਹੁੰਚਾਉਣਾ, ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਵੀ ਇਹ ਕਰਦੇ ਨੇ। ਬਹੁਤ ਸਾਰੇ ਕੰਮ ਜਿਨ੍ਹਾਂ ਦੀ ਫਹਿਰਿਸਤ ਬਹੁਤ ਲੰਬੀ ਹੈ, ਉਹ ਇਹ ਕੰਮ ਕਰਦੇ ਨੇ। ਸਰਦਾਰ ਆਲਮਜੀਤ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਪੱਤਰਕਾਰ, ਵਕੀਲ ਤੇ ਆਮ ਜਨਤਾ ਵੀ ਕਰੋਨਾ ਨਾਲ ਮਰਨ ਵਾਲਿਆਂ ਦਾ ਸੰਸਕਾਰ ਕਰਨ। ਕਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਦੇ ਹਸਪਤਾਲ ਤੋਂ ਸ਼ਮਸ਼ਾਨ ਘਾਟ ਤੱਕ ਲਿਜਾਣ ਅਤੇ ਸੰਸਕਾਰ ਦੀ ਸੇਵਾ ਨਿਭਾਉਣਗੇ। ਇਸ ਪ੍ਰਤੀ ਜੋ ਵੀ ਖਰਚਾ ਆਏਗਾ ਉਹ ਪੱਤਰਕਾਰ, ਵਕੀਲ ਜਾਂ ਆਮ ਜਨਤਾ ਦੇ ਖਾਤੇ ਵਿੱਚ ਤੁਰੰਤ ਭੇਜ ਦਿੱਤੇ ਜਾਣਗੇ। ਅਗਰ ਤੁਸੀਂ ਵੀ ਉਹਨਾਂ ਦੇ ਕਹੇ ਮੁਤਾਬਿਕ ਇਸ ਸੇਵਾ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 8427953163 8427953163 ਤੇ। ਪਿਛਲੇ ਸਾਲ ਕਰੋਨਾ ਮਹਾਮਾਰੀ ਦੌਰਾਨ ਆਲਮਜੀਤ ਸਿੰਘ ਮੁੰਬਈ ਗਏ ਸਨ। ਵਾਪਸੀ 'ਤੇ ਪਰਤਦਿਆਂ ਹੋਇਆਂ ਰਾਹ ਦੇ ਵਿੱਚ ਜਿੰਨੇ ਪੁਲਿਸ ਕਰਮੀ ਮਿਲੇ, ਜਿੰਨੇ ਮਜ਼ਦੂਰ ਜਾਂ ਜਿੰਨੇ ਲੋਕ ਇਹਨਾਂ ਨੂੰ ਰਾਹ ਵਿੱਚ ਟਕਰੇ, ਜਿਨ੍ਹਾਂ ਦੇ ਕੋਲ ਸੈਨੀਟਾਈਜ਼ਰਸ ਜਾਂ ਮਾਸਕ ਨਹੀਂ ਸਨ, ਇਹਨਾਂ ਨੇ ਮਾਸਕ ਔਰ ਸੈਨੀਟਾਈਜ਼ਰ ਦੀ ਸੇਵਾ ਕੀਤੀ। ਇਹਨਾਂ ਦੀ ਗੱਡੀ ਦੇ ਵਿੱਚ ਹਰ ਵਕਤ ਮਾਸਕ ਤੇ ਸੈਨੀਟਾਈਜ਼ਰ ਪਾਏ ਜਾਂਦੇ ਨੇ। ਜਿੱਥੇ ਕਿਤੇ ਵੀ ਕੋਈ ਲੋੜਵੰਦ ਮਿਲਦਾ ਹੈ, ਇਹ ਉਸ ਨੂੰ ਦੇ ਦਿੰਦੇ ਨੇ। ਆਪਣੇ ਬਰਥਡੇ ਪਾਰਟੀ ਤੇ ਤੋਹਫੇ ਲੈਣ ਦੀ ਉਮੀਦ ਤੇ ਹਰ ਕੋਈ ਕਰਦਾ ਹੈ, ਲੇਕਿਨ ਸਰਦਾਰ ਆਲਮਜੀਤ ਸਿੰਘ ਐਸੀ ਸ਼ਖਸੀਅਤ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਦੇ ਮੌਕੇ ਦੇ ਉੱਪਰ ਤੋਹਫਾ ਦਿੱਤਾ, ਉਹ ਵੀ ਕਿਸਾਨਾਂ ਨੂੰ। ਇਹਨਾਂ ਨੇ ਜ਼ੀਰਕਪੁਰ ਵਿੱਚ 1000 ਗਜ ਜ਼ਮੀਨ ਇਹਨਾਂ ਨੇ ਕਿਸਾਨਾਂ ਨੂੰ ਹੌਲ ਬਣਾਉਣ ਵਾਸਤੇ ਦਿੱਤੀ। ਸਮਾਜ ਸੇਵੀ ਤੇ ਕਾਰੋਬਾਰੀ ਆਲਮਜੀਤ ਸਿੰਘ ਮਾਨ, ਜੋ ਪਿਛਲੇ 32 ਸਾਲਾਂ ਤੋਂ ਸਮਾਜ ਦੀ ਸੇਵਾ ਵਿੱਚ ਲੱਗੇ ਹੋਏ ਹਨ। ਬੀਤੇ ਦਿਨੀ ਸਰਦਾਰ ਆਲਮਜੀਤ ਸਿੰਘ ਮਾਨ ਕਿਸਾਨ, ਮਜ਼ਦੂਰ, ਵੀਰ, ਬੱਚੇ, ਬਜ਼ੁਰਗ ਤੇ ਬੀਬੀਆਂ ਜੋ ਕਿ ਆਪਣੇ ਹੱਕ ਦੀ ਲੜਾਈ ਲਈ ਕੜਾਕੇ ਦੀ ਠੰਡ ਤੋਂ ਬਾਅਦ ਹੁਣ ਅੱਤ ਦੀ ਗਰਮੀ ਵਿੱਚ ਦਿੱਲੀ ਦੇ ਸਿੰਘੂ, ਕੁੰਡਲੀ, ਗਾਜ਼ੀਪੁਰ ਬਾਰਡਰ ਤੇ ਡਟੇ ਹੋਏ ਨੇ, ਉਹਨਾਂ ਭਰਾਵਾਂ ਤੇ ਭੈਣਾਂ ਨੂੰ ਮਿਲਣ ਲਈ ਉੱਥੇ ਪਹੁੰਚੇ। ਉਹਨਾਂ ਵੱਲੋਂ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਇਹਨਾਂ ਸਭਨਾਂ ਨੂੰ ਚੜ੍ਹਦੀ ਕਲਾ ਵਿਖਣ ਪਰਮਾਤਮਾ ਤੇ ਕਿਸਾਨਾਂ ਦੀ ਜਿੱਤ ਪੱਕੀ ਹੋਵੇ। ਸਰਦਾਰ ਆਲਮਜੀਤ ਵੱਲੋਂ ਨੇਤਰਹੀਨ ਬੱਚਿਆਂ ਦੀ ਜ਼ਿੰਦਗੀ ਨੂੰ ਰੁਸ਼ਨਾਉਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਉਹ ਇਹਨਾਂ ਬੱਚਿਆਂ ਲਈ ਸੰਗੀਤ ਅਕਾਦਮੀ ਖੋਲ੍ਹਣ ਦਾ ਵੀ ਉਹ ਐਲਾਨ ਕਰ ਚੁੱਕੇ ਨੇ, ਜਿਸ ਦੇ ਉੱਪਰ ਉਹ ਪੂਰੀ ਤਰ੍ਹਾਂ ਦੇ ਨਾਲ ਡਟੇ ਹੋਏ ਨੇ ਤੇ ਕੋਸ਼ਿਸ਼ਾਂ ਉਹਨਾਂ ਨੇ ਜਾਰੀ ਰੱਖੀਆਂ ਹੋਈਆਂ ਨੇ। ਆਓ ਕਰਦੇ ਹਾਂ ਗੱਲਬਾਤ ਸਰਦਾਰ ਆਲਮਜੀਤ ਸਿੰਘ ਨਾਲ। ਦੇਖੋ, ਗੱਲ ਇੱਦਾਂ, ਇਹ ਜਿਹੜਾ ਮਹਾਮਾਰੀ ਸ਼ੁਰੂ ਹੋਈ ਹੈ ਨਾ, ਇਹ ਇਕੱਲੇ ਆਪਣੇ ਹਿੰਦੁਸਤਾਨ ਵਾਸਤੇ ਨਹੀਂ ਹੋਈ, ਇਹ ਪੂਰੀ ਦੁਨੀਆ 'ਤੇ ਹੋਈ ਹੈ। ਕਿਉਂਕਿ ਕਲਯੁਗ ਸਾਰੀ ਦੁਨੀਆ 'ਚ ਆ। ਜਿੰਨੀਆਂ ਵੀ ਪਾਵਰਫੁਲ ਕੰਟਰੀਆਂ ਸੀ ਜਿਹੜੀਆਂ ਕਹਿੰਦੀਆਂ ਅਸੀਂ ਰੱਬ ਕੀ ਚੀਜ਼ ਆ, ਅਸੀਂ ਤਾਂ ਐਂ ਕਰ ਦਾਂਗੇ, ਕੰਟਰੀਆਂ ਲਾ ਦਿਆਂਗੇ, ਮਤਲਬ ਕਿ ਇਹ ਆਪਣੇ ਜਿਹੜਾ ਬਰੂਦ ਦੇ ਸਿਰ 'ਤੇ ਜਾਂ ਆਪਣੇ ਅਸਲਿਆਂ ਦੇ ਸਿਰ 'ਤੇ ਜਾਂ ਆਪਣੇ ਟੈਂਕਾਂ ਤੋਪਾਂ ਦੇ ਸਿਰ 'ਤੇ ਜਿਹੜੀਆਂ ਇਹ ਧਮਕੀਆਂ ਦਿੰਦੇ ਸੀ, ਇਹਨਾਂ ਨੂੰ ਇਹ ਨਹੀਂ ਪਤਾ ਵੀ ਰੱਬ ਦੇ ਘਰ ਦੇਰ ਆ, ਉੱਥੇ ਅੰਧੇਰ ਨਹੀਂ ਹੈ, ਉਹਦੀ ਸੋਟੀ ਦੇ ਵਿੱਚ ਆਵਾਜ਼ ਨਹੀਂ ਹੈ। ਪਰ ਜਦੋਂ ਉਹਦੀ ਸੋਟੀ ਪੈਂਦੀ ਆ ਨਾ, ਤਾਂ ਉਹ ਲੋਕਾਂ ਨੂੰ ਦੱਸ ਦਿੰਦੀ ਆ ਵੀ ਮੈਂ ਕੀ ਚੀਜ਼ ਹਾਂ। ਅਜੇ ਵੀ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿਣਾ ਕਿ ਦੇਖੋ, ਜਿਹੜੀ ਮਹਾਮਾਰੀ ਹੈ ਇਹ ਘਟਣੀ ਨਹੀਂ ਹੈਗੀ ਹੈ, ਇਹਨੇ ਅੱਗੇ ਦੇ ਕੇ ਹੋਰ ਵਧਣਾ ਵਾ, ਨਵੀਆਂ ਬਿਮਾਰੀਆਂ ਵੀ ਆਉਣਗੀਆਂ। ਆਹ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ, ਮੈਂ ਕਿਹਾ ਸੀ, ਮੈਂ ਕਿਹਾ ਕਿਸੇ ਨਾ ਕਿਸੇ ਦਿਨ ਪਰਮਾਤਮਾ ਨੇ ਇਹੋ ਜਿਹੇ ਕੋਈ ਰੰਗ ਦਿਵਾਉਣੇ ਆ ਕਿ ਲੋਕ ਰੋਟੀ ਨੂੰ ਵੀ ਤਰਸਣਗੇ, ਰਿਸ਼ਤੇਦਾਰਾਂ ਨੂੰ ਵੀ ਤਰਸਣਗੇ ਔਰ ਇਸ ਤਰ੍ਹਾਂ ਬੁਰੀ ਤਰ੍ਹਾਂ ਦੀਆਂ ਬਿਮਾਰੀਆਂ ਆਉਣਗੀਆਂ ਕਿ ਲੋਕ ਦੇਖਣਗੇ। ਇਹ ਹਜੇ ਰੱਬ ਨੇ ਸਿਰਫ ਟ੍ਰੇਲਰ ਦਿਖਾਇਆ। ਜੇ ਹਜੇ ਵੀ ਲੋਕ ਨਾ ਸਮਝੇ ਤਾਂ ਇਹ ਸੋਚ ਲਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਸੀਆਂ ਬਿਮਾਰੀਆਂ ਆਉਣਗੀਆਂ ਔਰ ਸੁਨਾਮੀਆਂ ਤੱਕ ਆਉਣਗੀਆਂ, ਸ਼ਹਿਰਾਂ ਦੇ ਸ਼ਹਿਰ ਰੁੜਨਗੇ ਔਰ ਲਾਵਾਂ ਫੁੱਟਣਗੀਆਂ। ਕਿਉਂਕਿ 100 ਸਾਲ ਤੋਂ ਬਾਅਦ ਹਿਸਟਰੀ ਹੈ ਇੱਕ, ਕਿ ਜਦੋਂ ਵੀ ਕੋਈ ਇਹੋ ਜਿਹਾ ਕੁਛ ਹੁੰਦਾ, ਠੀਕ ਹੈ ਨਾ, ਉਦੋਂ ਪਰਮਾਤਮਾ
ਆਪਣੇ ਲੈਵਲ ਤੇ ਰੱਖਣ ਵਾਸਤੇ ਜਿਹੜੇ ਹੈਗੇ ਨੇ, ਚਾਹੇ ਅਸੀਂ ਵੀ ਹਾਂ। ਮੈਂ ਕਹਿੰਦਾ ਜੀ ਅਸੀਂ ਵੀ ਕੋਈ ਮਾੜਾ ਕੰਮ ਕੀਤਾ, ਸਾਡੇ ਨਾਲ ਵੀ ਹੋਣਾ ਚਾਹੀਦਾ। ਕੋਈ ਮੈਂ ਨਹੀਂ ਕਹਿੰਦਾ ਵੀ ਮੈਂ ਕੋਈ ਸਾਧੂ ਆ ਜਾਂ ਕੁਛ ਵੀ ਹਾਂ। ਠੀਕ ਹੈ, ਲੜਾਈਆਂ ਹਰ ਬੰਦੇ ਦੀਆਂ ਚੱਲਦੀਆਂ, ਬਿਜ਼ਨਸ ਦੇ ਵਿੱਚ ਉੱਪਰ ਥੱਲੇ ਚੱਲਦਾ। ਪਰ ਜਿਹੜੇ ਲੋਕ ਹਜੇ ਵੀ ਹੰਕਾਰੇ ਕਰਦੇ ਨੇ, ਹਜੇ ਵੀ ਉਹਨਾਂ ਲੋਕਾਂ ਨੂੰ ਕੁਛ ਨਹੀਂ ਹੈਗਾ। ਜਿਹੜੀ ਇਸ ਟਾਈਮ ਮਹਾਂਮਾਰੀ ਚੱਲ ਰਹੀ ਆ, ਮੈਂ ਮਾਸਕ ਨੇ ਜੀ ਮੇਰੇ, ਇਹ ਮੈਂ ਮਾਸਕ ਇੱਥੇ ਜਦੋਂ ਪਤਾ ਲੱਗਿਆ ਵੀ ਕੰਪਨੀਆਂ ਬੰਦ ਹੋ ਗਈਆਂ, ਮੈਂ ਬੰਬੇ ਗਿਆ। ਬੰਬੇ ਜਾ ਕੇ ਮੈਂ ਉੱਥੋਂ ਇਹ ਮਾਸਕ ਤਿਆਰ ਕਰਾਇਆ 25,000 ਮਾਸਕ ਤਿਆਰ ਕਰਾਇਆ ਸੀ ਮੈਂ। 22 ਮਾਰਚ ਨੂੰ ਇਹ ਮਤਲਬ ਉਹਨਾਂ ਨੂੰ ਦੇਣਾ ਸੀ। ਉਹਨਾਂ ਨੇ ਜੀ ਮੈਨੂੰ ਇਹ 24 ਮਾਰਚ ਨੂੰ ਦਿੱਤਾ। 24 ਮਾਰਚ ਨੂੰ ਦਿੱਤਾ ਤਾਂ ਉੱਥੇ ਜਿਹੜੀਆਂ ਸੀ ਫਲਾਈਟਸ ਵਗੈਰਾ, ਪਲੇਨ ਵਗੈਰਾ ਸਾਰੇ ਬੰਦ ਹੋ ਗਏ, ਟ੍ਰੇਨਾਂ ਬੰਦ ਹੋ ਗਈਆਂ। ਉਹ ਮੈਂ ਸੋਚਿਆ, ਮੈਂ ਕਿਹਾ ਵੀ ਗਰੀਬ ਅਮੀਰ ਤਾਂ ਜਿਹਦੀ ਕਿਸਮਤ 'ਚ ਉਹਨੂੰ ਹੀ ਮਿਲਣਾ। ਮੈਂ ਉੱਥੋਂ ਦੇ ਕਲੈਕਟਰ ਸਾਹਿਬ ਨਾਲ ਆਨਲਾਈਨ ਗੱਲ ਕਰਕੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ। ਮੈਂ ਕਿਹਾ ਜੀ ਇਹ ਮੈਂ ਮਾਸਕ ਵਗੈਰਾ ਜਿਹੜੇ ਨੇ ਮੈਂ ਚੰਡੀਗੜ੍ਹ ਤੇ ਪੰਜਾਬ 'ਚ ਮੋਹਾਲੀ ਵਗੈਰਾ ਲੈ ਕੇ ਜਾਣੇ ਸੀ, ਵੀ ਹੁਣ ਮੈਂ ਇਹਦਾ ਕੀ ਕਰਾਂ। ਉਹ ਕਹਿੰਦੇ ਤੁਸੀਂ ਇੱਦਾਂ ਕਰੋ ਵੀ ਇਹ ਤੁਸੀਂ ਸਾਨੂੰ ਇੱਥੇ ਦੇ ਦਿਓ। ਮੈਂ ਕੀ ਕੀਤਾ ਜੀ, ਉਹਨਾਂ 'ਚੋਂ ਕਾਫੀ ਮਾਸਕ ਜਿਹੜੇ ਸੀ 3-4 ਹਜ਼ਾਰ ਮਾਸਕ ਮੈਂ ਦੇਤਾ ਇਹਨਾਂ ਨੂੰ, ਪੁਲਿਸ ਵਾਲਿਆਂ ਨੂੰ। ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਜ਼ਿਆਦਾ, ਕਿਉਂ ਜ਼ਿਆਦਾ ਮੈਂ ਮਾਸਕ ਬਣਾਏ ਸੀ ਪੱਗਾਂ ਦੇ ਉੱਪਰ ਦੀ ਪਾਉਣ ਵਾਸਤੇ। ਕਿਉਂਕਿ ਪੱਗਾਂ ਤੇ ਸਿਰ ਦੇ ਉੱਪਰ ਦੀ ਪਾਉਣ, ਕੰਨਾਂ ਦੇ ਉੱਪਰ ਜਿਹੜੇ ਬੰਦੇ ਪਾਉਂਦੇ ਨੇ ਉਹਨਾਂ ਦੇ ਨਾ ਕੰਨ ਦੁਖਣ ਲੱਗ ਜਾਂਦੇ ਨੇ। ਫਿਰ ਮੈਂ ਇਸ ਤਰ੍ਹਾਂ ਦੇ ਤਿਆਰ ਕਰਾਏ ਵੀ ਇਹਨਾਂ ਮਾਸਕਾਂ ਨੂੰ ਪੱਗ ਵਾਲਾ ਬੰਦਾ ਵੀ ਪਾ ਸਕੇ ਤੇ ਆਮ ਜਿਹੜਾ ਨਾਰਮਲ ਮੋਨਾ ਬੰਦਾ ਉਹ ਵੀ ਪਾ ਸਕੇ, ਤਾਂ ਕਿ ਸਿਰ ਦੇ ਉੱਪਰ ਨੂੰ ਲੱਗਣ, ਕੰਨਾਂ ਦੇ ਵਿੱਚ ਪਾਉਣ ਦੀ ਲੋੜ ਹੀ ਨਾ ਪਵੇ। ਇਹ ਮੈਂ ਸਪੈਸ਼ਲੀ ਮਤਲਬ 15,000 ਮਾਸਕ ਪਰ ਮੈਂ ਲੱਗ ਤਿਆਰ ਪਾਇਆ। ਤੇ ਉਹ ਹੁਣ ਤਿਆਰ ਕਰਕੇ ਮੈਂ ਜਦੋਂ ਉੱਥੋਂ ਚੱਲਣ ਦੀ ਕੋਸ਼ਿਸ਼ ਕੀਤੀ ਤਾਂ ਰਾਹ ਦੇ ਵਿੱਚ ਕੀ ਹੋਇਆ ਕਿ ਮੈਨੂੰ ਪਰਮਿਸ਼ਨ ਦਿੱਤੀ ਗਈ ਨੇ। ਮੈਂ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਤੱਕ ਦੇ ਲੈਵਲ ਨੂੰ ਵੀ ਮੈਂ ਰਿਕੁਐਸਟ ਕੀਤੀ ਕਿ ਜੀ ਇੱਦਾਂ ਕਰਕੇ ਜੀ ਮੈਂ ਇੱਥੇ ਸਟਕ ਹੋਇਆ ਵੀ ਮੈਂ 1.5 ਮਹੀਨਾ ਹੋ ਚੱਲਿਆ, ਵੀ ਮੈਨੂੰ ਤੁਸੀਂ ਪਾਸ ਭੇਜ ਦਿਓ। ਕਿਸੇ ਵੀ ਬੰਦੇ ਨੇ ਮੇਰੀ ਬਾਂਹ ਨਹੀਂ ਫੜੀ ਪਾਸ ਦੇਣ ਵਾਸਤੇ। ਫਿਰ ਮੈਂ ਉੱਥੇ DM ਸਾਹਿਬ ਨਾਲ, ਬੰਬੇ ਵਾਲਿਆਂ ਨਾਲ ਗੱਲ ਕੀਤੀ, ਕਲੈਕਟਰ ਸਾਹਿਬ ਨੇ। ਉਹਨਾਂ ਨੇ ਮੈਨੂੰ ਇੱਕ ਪ੍ਰਮਾਣ ਪੱਤਰ ਦਿੱਤਾ ਵੀ ਤੁਸੀਂ ਆਹ ਪ੍ਰਮਾਣ ਪੱਤਰ ਲੈ ਕੇ ਜਾਓ, ਵੀ ਤੁਹਾਨੂੰ ਕੋਈ ਵੀ ਰਾਹ ਦੇ ਵਿੱਚ ਨਹੀਂ ਰੋਕੇਗਾ, ਵੀ ਤੁਸੀਂ ਇੱਕ ਸੇਵਾ ਕਰ ਰਹੇ ਹੋ, ਵੀ ਤੁਸੀਂ ਕੋਈ ਠੱਗੀ ਠੋਰੀ ਤਾਂ ਮਾਰ ਰਹੇ ਹੋ, ਫਿਰ ਆਪਣੇ ਪੱਲੇ ਤੋਂ ਕਰ ਰਹੇ ਹੋ। ਉਹਨਾਂ ਨੇ ਮੈਨੂੰ ਇੱਥੇ ਤੱਕ ਇਹ ਵੀ ਗੱਲ ਆਖੀ ਕਿ ਦੇਖੋ ਅਰਨਜੀਤ ਸਿੰਘ ਜੀ, ਬੰਬੇ ਦੇ ਵਿੱਚ ਇੰਨੇ ਰਿਚ ਇਨਸਾਨ ਬੈਠੇ ਨੇ, ਅੰਡਾਨੀ ਹੋ ਗਿਆ, ਅੰਬਾਨੀ ਹੋ ਗਿਆ, ਕ੍ਰਿਕਟਰ ਹੋ ਗਏ, ਐਕਟਰ ਹੋ ਗਏ, ਕਿਸੇ ਨੇ ਵੀ ਅੱਜ ਤੱਕ ਕਿਸੇ ਗਰੀਬ ਬੰਦੇ ਨੂੰ ਕੋਈ ਮਾਸਕ ਨਹੀਂ ਮਿਲਿਆ। ਜਦ ਕਿ ਉਹ ਪੂਰੀ ਚਾਹੁਣ ਤਾਂ ਪੂਰੇ ਬੰਬੇ ਨੂੰ ਉਹ ਮਾਸਕ ਦਾ ਚੱਲ, ਸੈਨੀਟਾਈਜ਼ਰ, PPE ਕਿੱਟਾਂ ਜੋ ਮਰਜ਼ੀ ਦੇ ਸਕਦੇ ਨੇ। ਤੇ ਮੈਂ ਕਿਹਾ ਜੀ ਗੱਲ ਹੈ ਕਿ ਤਾਂ ਉਹਨਾਂ ਦੀ ਕਿਸਮਤ 'ਚ ਨਹੀਂ ਹੈ ਦਾਨ ਦੇਣਾ। ਦਾਨ ਵੀ ਉਹੀ ਦੇ ਸਕਦਾ ਜੇ ਪਰਮਾਤਮਾ ਨੇ ਦਿਸ਼ਾ ਦਰਸ਼ਨ ਦਿੱਤੀ ਹੋਵੇ। ਦਾਨ ਵੀ ਉਹਦੇ ਹੱਥੋਂ ਹੀ ਦਿੱਤਾ ਜਾ ਸਕਦਾ। ਉਹਨਾਂ ਦੀ ਨਹੀਂ ਕਿਸਮਤ 'ਚ ਹੈਗਾ। ਉਹਨਾਂ ਦੀ ਕਿਸਮਤ 'ਚ ਇਹੀ ਆ ਵੀ ਪੈਸੇ ਪਾਉਣੇ ਆ ਤੇ ਬੈਂਕਾਂ ਭਰਨੀਆਂ ਤੇ ਬੈਂਕ ਬੈਲੈਂਸ ਬਣਾਉਣੇ ਨੇ। ਇਹਨੂੰ ਦੇਖਦੇ ਹੋਏ ਉਹਨਾਂ ਨੇ ਮੈਨੂੰ ਜੀ ਪ੍ਰਮਾਣ ਪੱਤਰ ਦਿੱਤਾ। ਉਹ ਪ੍ਰਮਾਣ ਪੱਤਰ ਲੈ ਕੇ ਮੈਂ ਜੀ ਫਿਰ ਇੱਥੋਂ ਆਪਣੀ ਗੱਡੀ ਮੰਗਾਈ। 2 ਬੰਦੇ ਮੇਰੇ ਇੱਥੋਂ ਗੱਡੀ ਗਈ, ਉਹਨਾਂ ਨੂੰ 27 ਘੰਟੇ ਲੱਗ ਗਏ ਜਾਣ ਵਾਸਤੇ। ਮੁੜਦੇ ਹੋਏ ਨੇ ਮੈਂ ਫਿਰ 7,000 ਮਾਸਕ ਆਪਣੀ ਗੱਡੀ 'ਚ ਰੱਖਿਆ, ਸੈਨੀਟਾਈਜ਼ਰ ਰੱਖਿਆ, ਗਲਵਸ ਰੱਖੇ। ਰਾਹ ਦੇ ਵਿੱਚ ਜੋ ਮੈਂ ਆਉਂਦੇ ਹੋਏ ਦੇਖਿਆ ਹਾਲ ਲੋਕਾਂ ਦਾ, 1200 ਕਿਲੋਮੀਟਰ ਤੱਕ ਲੋਕ ਪੈਦਲ ਚੱਲ ਕੇ ਆ ਰਹੇ ਸੀ, ਜਿਹਦੇ 'ਚ 7 ਸਾਲ ਦੇ ਬੱਚੇ, 8 ਸਾਲ ਦੇ ਬੱਚੇ, ਲੇਡੀਜ਼ ਵਗੈਰਾ ਤੇ ਉਹਨਾਂ ਦੀਆਂ ਫੈਮਲੀਆਂ। ਤੇ ਜਦੋਂ ਮੈਂ ਜਿੱਥੇ ਮੈਂ ਰੁਕਦਾ ਸੀ ਤਾਂ ਮੈਂ ਗੱਡੀ ਦੇ ਵਿੱਚ ਆਪਣੇ ਡਰਾਈ ਫਰੂਟ ਮੈਨੂੰ ਵਾਟਰ ਦੀਆਂ ਹੋਰ ਸਾਰਾ ਕੁਝ ਮੈਂ ਲੱਦ ਕੇ ਲੈ ਕੇ ਚੱਲਿਆ ਸੀ ਉੱਥੋਂ। ਮੈਨੂੰ ਪਤਾ ਸੀ ਕਿ ਰਾਹ 'ਚ ਲੋੜ ਪਊਗੀ। ਜਦੋਂ ਮੈਂ ਪਹਿਲਾਂ ਤਾਂ ਮੈਂ ਬੰਬੇ 'ਚ ਕਾਫੀ ਬਣ ਚੁੱਕਿਆ ਸੀ। ਜਦੋਂ ਬੰਬੇ ਤੋਂ ਮੈਂ ਗੁਜਰਾਤ 'ਚ ਆਇਆ, ਗੁਜਰਾਤ 'ਚ ਮੈਨੂੰ ਵੀ ਮਤਲਬ 40-50 ਜਗ੍ਹਾ 'ਤੇ ਰੋਕਿਆ। ਚਲੋ ਜਦੋਂ ਉਹਨਾਂ ਨੂੰ ਮੈਂ ਆਪਣਾ ਸਾਰੀ ਗੱਲਬਾਤ ਦੱਸੀ ਤਾਂ ਉਹਨਾਂ ਨੇ ਵਿਚਾਰੇ ਨੇ ਮੈਨੂੰ ਐਪਰੀਸ਼ੀਏਟ ਵੀ ਕੀਤਾ ਤੇ ਉਹਨਾਂ ਨੂੰ ਮੈਂ ਗਲਾਸ ਵਗੈਰਾ ਤੇ ਸਾਰੇ ਉਹ ਦਿੰਦਾ ਆਇਆ। ਪੂਰਾ ਗੁਜਰਾਤ 'ਚ ਮੈਂ ਰਾਹ 'ਚ ਬਣਦਾ ਆਇਆ ਜੀ, ਪੈਟਰੋਲ ਪੰਪਾਂ 'ਤੇ ਵੰਡਦਾ ਆਇਆ। ਹੁਣ ਮੈਨੂੰ ਦੁੱਖ ਲੱਗਿਆ ਵੀ ਜਿਹੜੇ ਅੰਬਾਨੀ ਦੇ ਆਪਣੇ ਪੈਟਰੋਲ ਪੰਪ ਨੇ, ਉਹਨਾਂ ਦੇ ਉੱਪਰ ਜਿਹੜੇ ਵਰਕਰ ਕੰਮ ਕਰ ਰਹੇ ਸੀ, ਉਹਨਾਂ ਵਰਕਰਾਂ ਨੂੰ ਵੀ ਇਹਨਾਂ ਨੇ ਇੱਕ ਗਲਾਸ ਤੱਕ ਦੇ ਦਿੱਤੇ। ਉਹਨਾਂ ਨੂੰ ਮੈਂ ਗਲਾਸ ਬਣ ਗਿਆ। ਉਹਨਾਂ ਦੀਆਂ ਫੋਟੋਆਂ ਵੀ ਮੇਰੇ ਕੋਲੇ ਨੇ, ਮੈਂ ਤੁਹਾਨੂੰ ਦੇ ਰਿਹਾ ਹਾਂ। ਉਸ ਤੋਂ ਬਾਅਦ ਜਿਹੜੀ ਫਿਰ ਗੁਜਰਾਤ ਤੇ ਰਾਜਸਥਾਨ ਦੇ ਬਾਰਡਰ ਤੇ ਦੋਨਾਂ ਸਾਈਡਾਂ ਤੇ ਦੋਨਾਂ ਪੁਲਿਸ ਬੈਠੇ ਸੀ। ਉੱਥੇ ਮੈਡਮ ਬੈਠੀ KSP ਵਿਚਾਰੀ। ਤੇ ਚਲੋ ਉਹਨਾਂ ਨੇ ਮੈਨੂੰ ਰੋਕਿਆ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ। ਉਹਨਾਂ ਨੂੰ ਵੀ ਫਿਰ ਮੈਂ ਇਹੀ ਕਹਿੰਦੇ ਸਾਨੂੰ ਤੁਸੀਂ ਜੋ ਮਾਸਕ ਤੇ ਗਲਾਵਸ ਦੇ ਕੇ ਜਾਓ, ਵੀ ਸਾਨੂੰ ਹਜੇ ਤੱਕ ਉਹ ਮਿਲੇ ਨਹੀਂ ਹੈ। ਉਹਨਾਂ ਨੂੰ ਵੀ ਮੈਂ ਉਹ ਸਾਰੇ ਦੇ ਕੇ ਜੀ ਆਇਆ। ਅੱਗੇ ਵੀ ਤੁਹਾਨੂੰ ਮੈਂ ਕਿ ਹਰ ਬੰਦੇ ਨੂੰ ਇਹ ਗੱਲ ਕਹਿਣਾ ਵੀ ਹਰ ਬੰਦੇ ਦਾ ਨਾ ਜਨਮ ਤੇ ਮਰਨ ਉਹਦਾ ਸਥਾਨ ਪੱਕਾ, ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ। ਹਰ ਬੰਦੇ ਦਾ ਦੁੱਖ ਤਕਲੀਫ ਉਹ ਵੀ ਫਿਕਸ ਆ, ਕਿਉਂਕਿ
ਚੰਗੇ ਮਾੜੇ ਕਰਮ ਤਾਂ ਕਹਿੰਦਾ ਵੀ ਉਹ ਤਾਂ ਉੱਪਰ ਜਾ ਕੇ ਭੁਗਤੂਗਾ ਜੀ, ਇਹ ਐਵੇਂ ਭੁਲੇਖੇ ਨੇ, ਅੰਧਵਿਸ਼ਵਾਸੀ ਲੋਕ ਨੇ, ਇੱਥੇ ਭੁਗਤਦਾ ਸਾਰਾ। ਕਿਉਂਕਿ ਮੈਂ ਅਲੱਗ-ਅਲੱਗ ਹਸਪੀਟਲਾਂ ਜਦੋਂ ਜਾਂਦਾ ਹਾਂ, ਮੇਰਾ ਜ਼ਿਆਦਾ ਜਿਹੜਾ ਰਹਿੰਦਾ PGI 'ਚ ਜਾਂ 32 ਸੈਕਟਰ ਹਸਪੀਟਲ 'ਚ ਐਮਰਜੈਂਸੀ ਦੇ ਵਿੱਚ। ਜਦੋਂ ਮੈਨੂੰ ਕਿਸੇ ਅਨਨੋਨ ਐਕਸ਼ਨ ਵਿਕਟਮ ਦਾ ਮੈਨੂੰ ਕੋਈ ਕਾਲ ਹੁੰਦੀ ਆ ਤਾਂ ਮੈਂ ਉੱਥੇ ਜਾਂਦਾ। ਉੱਥੇ ਮੈਂ ਇਹੋ ਜਿਹੇ ਬੰਦੇ ਵੀ ਤੁਹਾਨੂੰ ਦੱਸ ਸਕਦਾ ਹਾਂ, ਬਹੁਤ ਰਿਚ, ਇੰਨੇ ਰਿਚ ਕਿ ਉਹਨਾਂ ਦੇ ਘਰ 50-50 ਬੰਦੇ ਦਾ ਕੰਮ ਕਰਦੇ ਨੇ। ਔਰ ਮੈਂ ਐਸੇ ਬੰਦੇ ਦੇਖੇ ਨੇ ਕਿ ਜਦੋਂ ਸਟੇਚਰ 'ਤੇ ਪਏ ਹੁੰਦੇ ਆ ਨਾ, ਮਤਲਬ ਕਿ ਉਹ ਟੱਟੀ ਪਿਸ਼ਾਬ ਵੀ ਉੱਥੇ ਹੀ ਕਰਦੇ ਨੇ। ਉਹਨਾਂ ਦੇ ਬੱਚੇ, ਉਹਨਾਂ ਦੀ ਵਾਈਫ ਮੂੰਹ 'ਤੇ ਰੁਮਾਲ ਰੱਖ ਕੇ ਉੱਥੇ ਖੜੇ ਰਹਿੰਦੇ ਨੇ। ਉਹਨਾਂ ਦੀ ਹਿੰਮਤ ਨਹੀਂ ਹੈ ਵੀ ਜਿੰਨੀ ਦੇਰ ਤੱਕ ਘਰ ਤੋਂ ਸਾਡਾ ਨੌਕਰ ਨਹੀਂ ਆਊਗਾ ਉਹ ਆ ਕੇ ਸਾਫ਼ ਕਰੂਗਾ, ਠੀਕ ਨਹੀਂ, ਤੇ ਆਪ ਨਹੀਂ ਕਰਨਗੇ, ਆਪਣੇ ਬਾਪ ਦੀ ਜਾਂ ਮਾਂ ਦੀ ਉਹ ਸੇਵਾ ਨਹੀਂ ਕਰ ਸਕਦੇ। ਨਰਕ ਦੀ ਜ਼ਿੰਦਗੀ 'ਚ ਉਹ ਵੀ ਜਾਣਗੇ, ਜਿਹੜਾ ਆਪਣੇ ਮਾਂ-ਬਾਪ ਦੀ ਸੇਵਾ ਨਹੀਂ ਨਾ ਕਰ ਸਕਿਆ, ਉਹ ਨਰਕ ਦੀ ਉਸ ਤੋਂ ਵੀ ਵੱਧ ਜ਼ਿੰਦਗੀ ਜਾਣਗੇ। ਦੂਜੀ ਗੱਲ ਰਹੀ ਕਿ ਮੈਂ ਤੁਹਾਨੂੰ ਵਿੱਚ ਰਹਿ ਗਈ ਸੀ ਗੱਲ ਵੀ ਜਿਹੜਾ ਐਕਸੀਡੈਂਟ ਆ, ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਉਦੋਂ ਹਰ ਬੰਦਾ ਇਹ ਸੋਚਦਾ ਵੀ ਜੇ ਮੈਂ ਉਹਨੂੰ ਚੱਕ ਕੇ ਲੈ ਗਿਆ ਤੇ ਪਹਿਲੀ ਗੱਲ ਤਾਂ ਕੋਈ ਖੜਦਾ ਹੀ ਨਹੀਂ ਹੈ, ਭੱਜ ਜਾਂਦੇ ਨੇ ਇਮੀਡੀਏਟਲੀ। ਇੱਕ ਸੁੰਦਰ ਨਗਰ ਦੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ, ਇਹ ਹੁਣ 2003-4 ਦੀ ਗੱਲ ਆ। ਉਦੋਂ ਮੈਂ ਦਿੱਲੀ ਤੋਂ ਆ ਰਿਹਾ ਸੀ, ਰਾਹ ਦੇ ਵਿੱਚ ਕੋਈ ਰਾਤ ਨੂੰ 12 ਵਜੇ ਇੱਕ ਮੈਟਾਡੋਰ ਜਿਹਦੇ 'ਚ ਕੋਈ 7-8 ਬੰਦੇ ਹੋਣਗੇ, ਤੇ ਉਹ ਆਪਣੀ ਲੜਕੀ ਦੇ ਫੁੱਲ ਪਾਉਣ ਹਰਿਦੁਆਰ ਜਾ ਰਹੇ ਸੀ। ਉਹ ਜਿਹੜੇ ਉਹਦੇ ਮਦਰ ਫਾਦਰ ਸੀ, ਉਹ ਪ੍ਰੋਫੈਸਰ ਸੀ ਮੰਡੀ 'ਚ ਹਿਮਾਚਲ ਦੇ ਵਿੱਚ। ਉਹਨਾਂ ਦਾ ਵੀ ਰਾਤ ਦੇ ਵਿੱਚ ਐਕਸੀਡੈਂਟ ਹੋਇਆ, ਉਹਨਾਂ ਦੀ ਵੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਜਦੋਂ ਮੈਂ ਆਇਆ ਤੇ ਉਹਨਾਂ 'ਚੋਂ ਇੱਕ ਛੋਟੀ ਜਿਹੀ ਬੱਚੀ ਹੋਣੀ 8-10 ਸਾਲ ਦੀ, ਤੇ ਉਹਨਾਂ ਦੀ ਮਦਰ, ਉਹ ਰੋਡ ਤੇ ਖੜ ਕੇ ਲੋਕਾਂ ਨੂੰ ਹੱਥ ਦੇ ਕੇ ਰੋ ਕੇ ਰੋਕ ਰਹੇ ਸੀ, ਪਰ ਉਹ ਕਿਸੇ ਨੇ ਨਹੀਂ ਰੋਕਿਆ। ਮੈਂ 1988 ਤੋਂ ਕਸਮ ਖਾ ਲਈ ਸੀ ਵੀ ਮੈਂ ਕੋਈ ਵੀ ਐਕਸੀਡੈਂਟ ਵਿਕਟਮ ਨਹੀਂ ਛੱਡੂਗਾ। ਮੈਂ ਵੀ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਤੇ ਲੋਕਾਂ ਨੇ ਗੱਡੀਆਂ ਨਹੀਂ ਰੋਕੀਆਂ। ਮੈਂ ਆਪਣੀ ਗੱਡੀ ਜਿਹੜੀ ਆ ਗੱਭੇ ਸੜਕ ਦੇ ਵਿਚਾਲੇ ਲਾ ਕੇ ਮੈਂ ਦੋਨਾਂ ਪਾਸਿਆਂ ਦਾ ਜਿਹੜਾ ਸੀ ਟ੍ਰੈਫਿਕ ਜਾਮ ਕਰਤਾ। ਲੋਕ ਔਖੇ ਭਾਰੇ ਹੋਣ ਲੱਗੇ, ਮੈਂ ਕਿਹਾ ਜਵਾਬ ਨਹੀਂ ਕੀਤੀ। ਫਿਰ ਮੈਂ ਟਰੱਕ ਵਾਲਿਆਂ ਤੋਂ ਰਾੜ ਮੰਗਾ ਕੇ ਅਸੀਂ ਮੈਟਾਡੋਰ ਤੋੜ ਕੇ ਜਦੋਂ ਕੱਢੇ ਤਾਂ ਉਹਦੇ 'ਚ ਟੋਟਲ ਬੰਦੇ ਸੀਗੇ 13 ਦੇ ਵਿੱਚੋਂ 4 ਬੰਦੇ ਦਾ ਸਪੌਟ ਡੈਥ ਹੋ ਗਈ। ਬਾਕੀਆਂ ਨੂੰ ਮੈਂ ਹਸਪੀਟਲ ਲੈ ਆਇਆ 32 ਸੈਕਟਰ, ਨਾਲ ਇੱਕ ਗੱਡੀ ਨੂੰ ਹੋਰ ਨਾਲ ਲਾ ਕੇ। ਜਦੋਂ ਮੈਂ ਹਸਪੀਟਲ 'ਚ ਆਇਆ ਤਾਂ 32 ਸੈਕਟਰ ਦੇ ਡਾਕਟਰ ਰਾਤ ਨੂੰ ਕੀ ਆ, ਮੋਸਟਲੀ ਉੱਥੇ ਬੰਦੇ ਜਿਹੜੇ ਨੇ ਨਾ, ਉਹ ਸਿਰਫ ਕੰਪਾਊਂਡਰ ਹੁੰਦੇ ਨੇ, ਟ੍ਰੇਨੀ ਹੁੰਦੇ ਨੇ ਬੱਚੇ। ਜਿਹੜਾ ਸੀਨੀਅਰ ਡਾਕਟਰ ਉਹ ਕਦੇ ਨਹੀਂ ਹੁੰਦਾ ਹੈ। ਉਹ ਕੀ ਗਏ, ਜਦੋਂ ਉੱਥੇ ਗਏ ਤਾਂ ਉਹ ਬੰਦਿਆਂ ਨੂੰ ਹਿਲਾ ਕੇ ਪੁੱਛਣ ਇੱਦਾਂ ਕਰਕੇ, ਕਹਾਂ ਸੀ ਆਏ, ਕਿੱਥੇ ਗਏ, ਉਹੀ ਮਤਲਬ ਫਾਰਮੈਲਿਟੀਆਂ ਪੂਰੀਆਂ। ਮੈਨੂੰ ਗੁੱਸਾ ਆ ਗਿਆ, ਮੈਂ ਕਿਹਾ ਜੀ ਤੁਸੀਂ ਜੋ ਕੁਝ ਪੁੱਛਣਾ ਮੈਨੂੰ ਪੁੱਛੋ। ਉਹ ਤਾਂ ਬੇਹੋਸ਼ ਪਏ ਨੇ, ਚੱਕ ਕੇ ਮੈਂ ਲੈ ਗਿਆ। ਇੰਨੇ ਚੀਜ਼ ਉਹ ਡਾਕਟਰ ਕਹਿਣ ਲੱਗਾ ਜੀ ਤੁਸੀਂ ਉਹਨੂੰ PGI ਲੈ ਜਾਓ। ਮੈਂ ਕਿਹਾ ਚਲੋ ਕੋਈ ਨਹੀਂ, ਮੈਨੂੰ ਐਂਬੂਲੈਂਸ ਦੇ ਦਿਓ। ਥੱਲੇ ਉਹਨਾਂ ਦੇ 7 ਐਂਬੂਲੈਂਸਾਂ ਖੜੀਆਂ ਸੀ। ਕਹਿੰਦੇ ਸਾਡੇ ਕੋਲ ਡਰਾਈਵਰ ਹੈ ਨਹੀਂ। ਮੈਂ ਕਿਹਾ ਚਲੋ ਕੋਈ ਨਹੀਂ, ਤੁਸੀਂ ਮੈਨੂੰ ਚਾਬੀ ਦਿਓ, ਮੈਂ ਲੈ ਜਾਣਾ। ਉਹਨਾਂ ਨੇ ਜੀ ਕੋਈ ਉਹਦੇ 'ਤੇ ਕੇਅਰ ਨਹੀਂ ਕੀਤੀ। ਚਲੋ ਮੈਂ ਉਹਨਾਂ ਨੂੰ ਆਪਣੇ ਪ੍ਰਾਈਵੇਟ ਗੱਡੀਆਂ ਮੰਗਾ ਕੇ ਮੈਂ ਉੱਥੇ PGI ਹਸਪੀਟਲ ਲੈ ਗਿਆ। ਉੱਥੇ ਜਾ ਕੇ ਉਹਨਾਂ ਨੂੰ ਕੇਅਰ ਕੀਤੀ। ਇੱਕ ਬੰਦਾ ਉਹਨਾਂ 'ਚੋਂ ਹੋਸ਼ 'ਚ ਆਇਆ, ਉਹ ਮੈਨੂੰ ਕਹਿਣ ਲੱਗਿਆ ਵੀ ਸਾਡੇ ਇੱਕ ਰਿਸ਼ਤੇਦਾਰ ਨੇ ਇੱਥੇ ਕਿਸਾਨ ਭਵਨ ਦੇ ਵਿੱਚ ਲੱਗੇ ਹੋਏ ਨੇ, ਵੀ ਉਹਨਾਂ ਨੂੰ ਤੁਸੀਂ ਲੈ ਆਓ ਜੀ, ਸਾਰਾ ਕੁਝ ਪਤਾ ਲੱਗ ਜਾਏਗਾ। ਉਹਨੂੰ ਲੱਭਦੇ ਜੀ ਮੈਂ ਸਾਰਾ ਕਾਂਸਲ ਪੈਨ ਸਾਰਾ ਲਵਾ ਕੇ ਉਹਨੂੰ ਮੈਂ ਲੱਭ ਕੇ ਲਿਆ। ਉਹ ਤੋਂ ਫਿਰ ਮੈਨੂੰ ਪਤਾ ਲੱਗਿਆ, ਫਿਰ ਉਹਨਾਂ ਨੇ ਮੈਂ PB ਨੰਬਰ ਸੀ ਉੱਥੇ ਹਿਮਾਚਲ 'ਚ, ਉਹਨਾਂ ਨੂੰ ਕਾਲਾਂ ਕੀਤੀਆਂ। ਨੈਕਸਟ ਡੇ ਉਹ ਆ ਗਏ। ਉਸ ਤੋਂ ਬਾਅਦ ਇਹਨਾਂ ਦਾ ਸੰਸਕਾਰ ਕਰਨਾ ਸੀ ਮੰਡੀ 'ਚ। ਉਹ ਫਿਰ ਬੱਚਿਆਂ ਨੂੰ ਮੈਂ ਕਿਹਾ ਡੈਡ ਬੋਡੀਆਂ ਮੈਂ ਇਹਨਾਂ ਦੇ ਪੋਸਟਮਾਰਟਮ ਕਰਵਾ ਕੇ ਭੇਜਤੇ। ਪਰ ਬੱਚੇ ਇਹਨਾਂ ਦੇ ਬੜੇ ਸਿਆਣੇ ਇੰਟੈਲੀਜੈਂਟ ਸੀ, ਪੜ੍ਹੇ ਲਿਖੇ ਸੀ, ਦੋਨੋਂ ਮਦਰ ਫਾਦਰ ਉਹਨਾਂ ਦੇ ਪ੍ਰੋਫੈਸਰ ਸੀ। ਉਹ ਵਿਚਾਰੇ ਕਹਿੰਦੇ ਵੀ ਅੰਕਲ ਅਸੀਂ ਤੋਂ ਨਾ ਡੈਡ ਬੋਡੀ ਲੈ ਕੇ ਜਾਣੀ। ਮੈਂ ਕਿਹਾ ਚਲੋ ਕੋਈ ਨਹੀਂ। ਉਹ ਜੀ ਅਸੀਂ ਉੱਥੇ ਡੈਡ ਬੋਡੀ ਲੈ ਕੇ ਗਏ, ਮੈਂ ਸੰਸਕਾਰ ਕੀਤਾ। ਮੈਂ ਦੱਸਿਆ ਜੀ 2000 ਦੀ ਗੱਲ ਆ ਜੀ। ਤੇ PGI ਦੇ ਵਿੱਚ ਤੇ 32 ਸੈਕਟਰ ਦੇ ਵਿੱਚ ਤੇ 16 ਸੈਕਟਰ ਰਜਿੰਦਰਾ ਹਸਪੀਟਲ ਦੇ ਵਿੱਚ ਉੱਥੇ ਲੋਕਾਂ ਨੂੰ ਬਲੱਡ ਦੀ ਲੋੜ ਸੀ। ਤੇ ਚਲੋ ਉਦੋਂ ਮੇਰਾ ਚੈਨਲਾਂ 'ਤੇ ਬਹੁਤ ਚੱਲਦਾ ਜੀ, ਰੋਜ਼ ਮੇਰੇ ਪੇਪਰ ਭਰੇ ਹੁੰਦੇ ਜੀ, ਪੂਰੇ ਦਾ ਪੂਰਾ ਪੇਪਰ ਭਰਿਆ ਹੁੰਦਾ ਜੀ ਮੇਰਾ। ਤੇ ਉਦੋਂ ਫਿਰ ਮੈਨੂੰ ਲੋਕ ਫੋਨ ਕਰਦੇ ਹੁੰਦੇ ਸੀ ਕਿ ਜੀ ਮਤਲਬ ਸਾਨੂੰ ਇੱਥੇ ਬਲੱਡ ਨਹੀਂ ਮਿਲ ਰਿਹਾ, ਵੀ ਬਾਹਰ ਜਿਹੜੇ ਮੈਡੀਕਲ ਦੁਕਾਨ ਵਾਲੇ ਨੇ ਉਹ ਕਿਸੇ ਰਿਕਸ਼ੇ ਵਾਲੇ ਨੂੰ ਫੜ ਲਿਆਉਂਦੇ ਨੇ, ਉਹ ਤੋਂ ਫੜ ਲੈਂਦੇ ਨੇ 5-5000 ਰੁਪਈਆ, 10-10,000 ਦੀ ਬੋਤਲ ਲੈਂਦੇ ਸੀ। ਉਹਦੇ 'ਤੇ ਫਿਰ ਮੈਂ ਸਰਚ ਕੀਤੀ, 4-5 ਦਿਨ ਆਪ ਮੰਗਿਆ ਜਾ ਕੇ ਵੀ ਮੈਨੂੰ ਬਲੱਡ ਦਿਓ, ਮੈਨੂੰ ਬਲੱਡ ਦਿਓ। ਉਹ ਮੇਰੇ ਨਾਲ ਵੀ ਇੱਦਾਂ ਕਰਦੇ ਸੀ। ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ ਜੀ, ਮੈਂ ਇੱਥੇ ਮੈਡੀਕਲ ਸੁਪਰੀਡੈਂਟ ਨਾਲ ਗੱਲ ਕੀਤੀ, ਡਾਇਰੈਕਟਰ ਸਾਹਿਬ ਨਾਲ ਗੱਲ ਕੀਤੀ। ਉਹਨਾਂ ਨੂੰ ਮੈਂ ਇਹਦੀ ਸਾਰੀ ਹਿਸਟਰੀ ਦੱਸੀ। ਜਦੋਂ ਮੇਰਾ ਉਹ ਲਾਲੜੂ ਐਕਸੀਡੈਂਟ ਹੋਇਆ ਜੀ ਉਹਨਾਂ ਦਾ ਮੰਡੀ ਵਾਲਾ ਦਾ, ਉਦੋਂ ਮੈਨੂੰ ਮੇਰੇ ਸੱਟ ਲੱਗੀ ਸੀ ਬਹੁਤ ਜ਼ਿਆਦਾ।
ਉਹਨਾਂ ਦੇ ਬੋਤਲਾਂ ਚੜਾਉਣੀਆਂ ਸੀ। ਉਹ ਬੋਤਲਾਂ ਫਿਰ ਮੈਂ ਆਪ ਬਲੱਡ ਬੈਂਕ ਦੇ ਵਿੱਚ ਉੱਪਰ ਪੀਜੀ 'ਚ ਜਾ ਕੇ, ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਕੰਮ, ਮੈਂ ਕਿਹਾ ਖੋਲ੍ਹੋ ਆਪਣੀਆਂ ਅਲਮਾਰੀਆਂ ਸਾਰੀਆਂ। ਉਹ ਖੋਲ੍ਹਣ ਨਾ, ਫਿਰ ਮੈਂ ਉੱਥੇ ਉਹਨਾਂ ਨੂੰ ਦਬਕਾ ਮਾਰਿਆ, ਬੋਲਿਆ, ਉਹਨਾਂ ਨੇ ਉਹ ਫਿਰ ਬਲੱਡ ਬੈਂਕ ਖੋਲ੍ਹੀ। ਫਿਰ ਮੈਂ ਜਾ ਕੇ ਬਲੱਡ ਕਰਾਏ। ਫਿਰ ਮੈਂ ਇਹਨਾਂ ਦੀ ਕੰਪਲੇਂਟ ਦਿੱਤੀ 32 ਸੈਕਟਰ ਦੇ ਵਿੱਚ ਡਾਇਰੈਕਟਰ ਸਾਹਿਬ ਨੂੰ। ਡਾਇਰੈਕਟਰ ਸਾਹਿਬ ਮਿਸਟਰ ਕਾਪ ਹੁੰਦੇ ਸੀ, ਉਹਨਾਂ ਨੇ ਇਨਕੁਆਇਰੀ ਬਿਠਾ ਕੇ 3 ਡਾਕਟਰ ਸਸਪੈਂਡ ਕੀਤੇ। ਉਸ ਤੋਂ ਬਾਅਦ ਅੱਜ ਤੱਕ ਮੈਂ ਰੱਬ ਤੋਂ ਡਰ ਕੇ ਕਹਿੰਦਾ, ਮੈਂ ਪੀਜੀ ਚਲਾਇਆ ਵਾਂ, ਮੈਂ 32 ਸੈਕਟਰ ਚਲਾਇਆ ਵਾਂ, ਮੈਂ ਰਜਿੰਦਰਾ ਹਸਪੀਟਲ ਚਲਾਇਆ ਵਾਂ, ਔਰ ਮੈਂ ਜਾ ਕੇ ਇੱਕ ਵਾਰੀ ਕਹਿਦਾ ਵੀ ਆਹ ਗਰੀਬ ਬੰਦਾ ਜੀ, ਇਹਦੀ ਤੁਸੀਂ ਧਿਆਨ ਰੱਖੋ। ਪਰ ਹੁਣ ਇਸ ਟਾਈਮ ਦੇ ਵਿੱਚ ਉੱਥੇ ਪੀਜੀ ਦੇ ਵਿੱਚ ਡਾਕਟਰ ਵਿਪਨ ਨੇ, ਡਾਕਟਰ ਅਸ਼ੋਕ ਕੁਮਾਰ ਨੇ, ਡਿਪਟੀ ਮੈਡੀਕਲ ਸੁਪਰੀਡੈਂਟ ਨੇ, ਜਿਹੜੇ ਮਿਸਟਰ ਗੁਪਤਾ ਨੇ ਮੈਡੀਕਲ ਸੁਪਰੀਡੈਂਟ, ਉਹ ਵੀ ਨੇ। ਇੰਨੇ ਅੱਛੇ ਇਨਸਾਨ ਨੇ, ਮਤਲਬ ਤੁਸੀਂ ਜਾਓਗੇ, ਮਤਲਬ ਮੇਰਾ ਨਾਂ ਹੀ ਲੈ ਲਓ ਉਹਨਾਂ ਕੋਲ ਜਾ ਕੇ, ਉਹ ਵਿਚਾਰੇ ਆਊਟ ਆਫ ਦੀ ਵੇ ਜਾ ਕੇ ਮਤਲਬ ਉਹਨਾਂ ਨੇ ਮਦਦ ਕਰਨੀ। ਉਹ ਵੀ ਮਤਲਬ ਇੰਨਾ ਮਤਲਬ ਡਾਊਨ ਟੂ ਅਰਥ ਇਨਸਾਨ ਨੇ। ਇੱਥੇ ਇੱਕ ਡਾਕਟਰ ਰਾਜਵਾਰ ਹੁੰਦੇ ਸੀ, ਰਾਜਵਾਦਰ ਔਰਥੋ ਦੇ, ਅੱਜ ਕੱਲ੍ਹ ਉਹ ਵਾਈਸ ਚਾਂਸਲਰ ਲੱਗੇ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ। ਐਸੇ ਇਨਸਾਨ ਨੇ ਇੱਥੇ 70 ਸੈਕਟਰ ਦੇ ਵਿੱਚ ਉਹਨਾਂ ਨੇ ਸਪਾਈਨ ਦਾ ਹਸਪੀਟਲ ਖੋਲ੍ਹਿਆ ਹੈ, ਗਵਰਨਮੈਂਟ ਨੇ ਖੋਲ੍ਹ ਦਿੱਤਾ ਹੈ। ਸ਼ਨੀਵਾਰ ਐਤਵਾਰ ਨੂੰ ਰੀੜ੍ਹ ਦੀ ਹੱਡੀ ਦਾ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਵੀ 1 ਰੁਪਈਆ ਲਏ ਤੋਂ ਬਿਨਾਂ 10 ਰੁਪਏ ਦੀ ਉੱਥੇ 5 ਰੁਪਏ ਦੀ ਪਰਚੀ ਕੱਟੀ ਜਾਂਦੀ। ਸਿਰਫ ਐਕਸਰੇ ਮਸ਼ੀਨ ਅੰਦਰ ਆ, ਸਾਰਾ ਕੁਛ ਅੰਦਰ ਆ, ਉਹ ਫ੍ਰੀ ਸੇਵਾ।